परम सन्मानयोग गुरु प्यारी साध संगत जी, प्यार सहित गुरु फतेह नाल सांझ पाओ अते आखो वाहिगुरु जी का खालसा वाहिगुरु जी की फतेह। जदों भी किसे मृतक प्राणी दे भोग ते जाना पवे तां आम करके उन्हां शब्दां दा ही कीर्तन सुनन नूं मिलदा है जिन्हां दा उस समय नाल कोई भी संबंध नहीं हुंदा। उंज गुरबाणी दे किसे भी शब्द दा पाठ ਜਾਂ ਕੀਰਤਨ ਕੀਤਾ ਜਾ ਸਕਦਾ ਹੈ, ਅਜਿਹੀ ਕੋਈ ਗੱਲ ਨਹੀਂ। ਨਾ ਹੀ ਪਰ ਅਜਿਹੀ ਸ਼ਰਤ ਵੀ ਕੋਈ ਨਹੀਂ ਹੋਣੀ ਚਾਹੀਦੀ ਕਿ ਉਸ ਦਾ ਭਾਵ ਅਰਥ ਜ਼ਰੂਰ ਸਮਝਾਇਆ ਜਾਣਾ ਚਾਹੀਦਾ ਹੈ। ਜੋ ਪਾਠ ਜਾਂ ਸ਼ਬਦ ਕੀਰਤਨ ਕੀਤਾ ਜਾਵੇ ਤਾਂ ਕਿ ਸੰਗਤ ਨੂੰ ਕੁਝ ਨਾ ਕੁਝ ਸ਼ਬਦ ਵਿੱਚੋਂ ਰੱਬੀ ਗਿਆਨ ਤੇ ਆਤਮਿਕ ਜੀਵਨ ਦਾ ਲਾਭ ਪ੍ਰਾਪਤ ਹੋ ਸਕੇ। ਗੁਰਬਾਣੀ ਉਪਦੇਸ਼ ਸੁਣ ਕੇ ਕਿਸੇ ਨਾ ਕਿਸੇ ਮਨੁੱਖ ਦੇ ਜੀਵਨ ਵਿੱਚ ਬਦਲਾਅ ਆ ਸਕੇ। ਬਹੁਤ ਦਫਾ ਪਰਿਵਾਰਾਂ ਨੂੰ ਖੁਸ਼ ਕਰਨ ਲਈ ਹੀ ਉਚੇਚੇ ਤੌਰ ਤੇ ਸ਼ਬਦਾਂ ਦੀ ਚੋਣ ਕਰਕੇ ਉਹਨਾਂ ਦਾ ਪਾਠ ਜਾਂ ਗਾਇਨ ਕੀਤਾ ਜਾਂਦਾ ਹੈ। ਸਗੋਂ ਇਹ ਧਿਆਨ ਵੀ ਰੱਖਿਆ ਜਾਂਦਾ ਹੈ ਕਿ ਜੋ ਸ਼ਬਦ ਪੜ੍ਹਿਆ ਜਾ ਰਿਹਾ ਹੈ ਉਸ ਵਿੱਚ ਕੋਈ ਨਾ ਕੋਈ ਅਜਿਹਾ ਸ਼ਬਦ ਤਾਂ ਲਾਜ਼ਮੀ ਹੋਣਾ ਚਾਹੀਦਾ ਹੈ ਜੋ ਪਰਿਵਾਰ ਦੀ ਹਉਮੈ ਨੂੰ ਵਧਾਉਂਦਾ ਹੋਵੇ। ਇੰਜ ਕੀਤਿਆਂ ਪਰਿਵਾਰ ਵਾਲੇ ਖੁਸ਼ ਹੋ ਕੇ ਵਾਹ-ਵਾਹ ਸੇਵਾ ਕਰ ਦਿੰਦੇ ਹਨ। ਕਈ ਵਾਰੀ ਤੇ ਅਸੀਂ ਮੁਹਾਵਰਿਆਂ ਨੂੰ ਵੀ ਮਾਤ ਪਾ ਜਾਂਦੇ ਹਾਂ। ਕਹਿੰਦੇ ਨੇ ਇੱਕ ਵਾਰੀ ਪੰਡਤ ਜੀ ਤੇ ਤੇਲੀ ਜੀ ਦੀ ਪਿੰਡ ਵਾਲਿਆਂ ਨੇ ਆਪਸ ਵਿੱਚ ਬਹਿਸ ਕਰਵਾ ਦਿੱਤੀ, ਕਿਉਂਕਿ ਪੰਡਤ ਜੀ ਨੂੰ ਆਪਣੀ ਵਿੱਦਿਆ ਦੇ ਪੂਰਾ ਮਾਣ ਸੀ। ਇਸ ਲਈ ਪੰਡਤ ਜੀ ਕਿਸੇ ਵੀ ਮਾਈ ਦੇ ਲਾਲ ਨੂੰ ਖੰਘਣ ਨਹੀਂ ਦਿੰਦਾ ਸੀ। ਜਣੇ ਖਣੇ ਦੀ ਪੱਤ ਲਾਉਂਦਿਆਂ ਹਰ ਮਨੁੱਖ ਨਾਲ ਕਵਿਤਾ ਵਿੱਚ ਹੀ ਗੱਲ ਕਰਦਾ ਸੀ। ਲੋਕਾਂ ਨੇ ਚੁੱਕ ਚੁਕਾ ਕੇ ਤੇਲੀ ਨੂੰ ਉਸ ਦੇ ਮੁਕਾਬਲੇ ਵਿੱਚ ਲੈ ਆਂਦਾ। ਪੰਡਤ ਜੀ ਨੇ ਆਪਣੀ ਕਵਿਤਾ ਨੂੰ ਢੰਗ ਤਰੀਕੇ ਨਾਲ ਉਚਾਰਿਆ, ਪਰ ਤੇਲੀ ਜੀ ਦੀ ਵਾਰੀ ਆਈ ਤਾਂ ਤੇਲੀ ਕਹਿੰਦਾ, ਪਣਤਾ ਤੇਰੇ ਸਿਰ ਉੱਤੇ ਕੋਲੂ। ਪੰਡਤ ਜੀ ਕਹਿਣ ਲੱਗੇ, ਭਲੇ ਲੋਕ ਤੇਰੀ ਗੱਲ ਬਣੀ ਕੋਈ ਨਹੀਂ, ਕਿਉਂਕਿ ਇਹਦੇ ਵਿੱਚ ਨਾ ਕੋਈ ਕਵਿਤਾ ਤੇ ਨਾ ਕੋਈ ਕਵਿਤਾ ਵਾਲੀ ਗੱਲ ਹੈ, ਨਾ ਕੋਈ ਤੁਕਾਂਤ ਰਲਿਆ, ਕਿਉਂਕਿ ਤੇਰੀ ਕਵਿਤਾ ਦਾ ਤੋਰ ਪੂਰਾ ਵੀ ਨਹੀਂ ਹੈ। ਤੇਲੀ ਵਿਚਾਰਾ ਕਹਿੰਦਾ, ਗੱਲ ਬਣੇ ਚਾਹੇ ਨਾ ਬਣੇ, ਪਣਤਾ ਯਾਦ ਰੱਖੀ, ਤੂੰ ਕੋਲੂ ਦੇ ਭਾਰ ਨਾਲ ਜ਼ਰੂਰ ਮਰੇਂਗਾ। ਏਦਾਂ ਹੀ ਇੱਕ ਵੀਰ ਜੀ ਨੂੰ ਪੁੱਛਿਆ, ਵੀਰ ਇਹ ਜਿਹੜਾ ਤੁਸੀਂ ਸ਼ਬਦ ਪੜ੍ਹਿਆ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਇਸ ਦੇ ਅਰਥ ਤਾਂ ਹੋਰ ਬਣਦੇ ਹਨ। ਅੱਗੋਂ ਸਹਿਜ ਸੁਭਾਅ ਉੱਤਰ ਦਿੰਦੇ ਨੇ, ਚੱਲਦਾ ਏ ਸਭ ਕੁਝ ਇੱਥੇ, ਇਹਨਾਂ ਨੂੰ ਕਿਹੜੀ ਸਮਝੇ ਪਰਿਵਾਰ ਵਾਲਿਆਂ ਨੂੰ। ਇਹ ਤੇ ਪਰਿਵਾਰ ਵਾਲੇ ਦਾ ਭਾਊ ਜੀ ਲੱਖ ਖੁਸ਼ੀਆਂ ਨਾਲ ਹੀ ਖੁਸ਼ ਹੋ ਗਏ ਨੇ ਤੇ ਸਾਡਾ ਵਾਵਾ ਤੋਰੀ ਫੁਲਕੇ ਦਾ ਕੰਮ ਬਣ ਗਿਆ। ਇਹਨਾਂ ਨੂੰ ਕੀਰਤਨ ਦੀ ਸਮਝ ਹੈ ਕੋਈ ਨਹੀਂ, ਇਹਨਾਂ ਨੂੰ ਤੇ ਸਿਰਫ ਖੁਸ਼ੀਆਂ ਚਾਹੀਦੀਆਂ ਨੇ। ਉਹ ਅਸੀਂ ਪੂਰੀਆਂ ਹੇਕਾਂ ਲਾ ਕੇ ਪੜ੍ਹ ਦਿੱਤੀਆਂ। ਅਰਥਾਂ ਨਾਲ ਇਹਨਾਂ ਵਿਚਾਰਿਆਂ ਦਾ ਕੀ ਵਾਸਤਾ ਹੈ। ਤੇਲੀ ਦੀ ਕਵਿਤਾ ਬਣੇ ਚਾਹੇ ਨਾ ਬਣੇ, ਪਰ ਪੰਡਤ ਜੀ ਭਾਰ ਦੇ ਨਾਲ ਤੇ ਜ਼ਰੂਰ ਮਰੇਗਾ ਹੀ ਨਾ। ਸਾਨੂੰ ਸ਼ਬਦਾਂ ਦੇ ਅਰਥਾਂ ਦੀ ਕਹਾਣੀ ਨਾਲ ਕੋਈ ਸਰੋਕਾਰ ਨਹੀਂ, ਸਾਨੂੰ ਤੇ ਸਿਰਫ ਪਰਿਵਾਰ ਵਾਲੇ ਖੁਸ਼ ਚਾਹੀਦੇ ਨੇ। ਭਲਿਆਂ ਜ਼ਮਾਨਿਆਂ ਵਿੱਚ ਪੇਂਡੂ ਵੀਰਾਂ ਤੇ ਡਾਕਟਰਾਂ ਦੇ ਵੀ ਕਈ ਲਤੀਫੇ ਸੁਣਨ ਨੂੰ ਮਿਲ ਜਾਂਦੇ ਸਨ। ਕਹਿੰਦੇ ਨੇ ਇੱਕ ਡਾਕਟਰ ਸਾਹਿਬ ਜੀ ਪਾਸ ਉਹਨਾਂ ਦਾ ਇੱਕ ਦੋਸਤ ਬੈਠਾ ਹੋਇਆ ਸੀ। ਉਸ ਨੇ ਦੋ ਘਟਨਾਵਾਂ ਦੇਖੀਆਂ। ਪਹਿਲੀ ਘਟਨਾ ਇੰਜ ਵਾਪਰੀ ਕਿ ਡਾਕਟਰ ਸਾਹਿਬ ਜੀ ਪਾਸ ਇੱਕ ਪੇਂਡੂ ਮਰੀਜ਼ ਦੁੱਖ ਦੀ ਦਾੜ ਕਢਾਉਣ ਲਈ ਆਇਆ। ਪੇਂਡੂ ਵੀਰ ਨੇ ਪੈਸੇ ਪੁੱਛੇ। ਅੱਗੋਂ ਡਾਕਟਰ ਕਹਿਣ ਲੱਗੇ ਕਿ ਮੈਂ 20 ਰੁਪਏ ਲਵਾਂਗਾ। ਸੌਦਾ ਤੈਅ ਹੋ ਗਿਆ। ਕੁਦਰਤੀ ਡਾਕਟਰ ਜੀ ਪਾਸੋਂ ਦੁੱਖ ਦੀ ਦਾੜ ਦੀ ਥਾਂ ਤੇ ਤੰਦਰੁਸਤ ਦਾੜ ਦਾ ਬਟਨ ਨੱਪਿਆ ਗਿਆ। ਦੁੱਖ ਦੀ ਦਾੜ ਰਹਿ ਗਈ ਤੇ ਤੰਦਰੁਸਤ ਜਿਸ ਦਾ ਬਟਨ ਨੱਪਿਆ ਗਿਆ ਸੀ, ਡਾਕਟਰ ਸਾਹਿਬ ਨੇ ਪੁੱਟ ਕੇ ਮਰੀਜ਼ ਦੇ ਹੱਥ ਵਿੱਚ ਫੜਾਈ। ਮਰੀਜ਼ ਨੇ ਮਹਿਸੂਸ ਕੀਤਾ ਕਿ ਮੇਰੀ ਦੁੱਖ ਦੀ ਦਾੜ ਤਾਂ ਪੁੱਟੀ ਹੀ ਨਹੀਂ ਗਈ। ਜੋ ਦਾੜ ਠੀਕ ਠਾਕ ਸੀ, ਡਾਕਟਰ ਜੀ ਨੇ ਉਸ ਦਾ ਹੀ ਰਾਮ ਨਾਮ ਸਤ ਬੋਲ ਦਿੱਤਾ ਹੈ। ਮਰੀਜ਼ ਪਰੇਸ਼ਾਨ ਹੋ ਕੇ ਪੁੱਛਦਾ ਹੈ, ਡਾਕਟਰ ਜੀ ਮੈਨੂੰ ਲੱਗਦਾ ਹੈ ਕਿ ਮੇਰੀ ਦੁੱਖ ਦੀ ਦਾੜ ਤਾਂ ਪੁੱਟੀ ਹੀ ਨਹੀਂ ਗਈ, ਕਿਉਂਕਿ ਉਹ ਤੇ ਅਜੇ ਉਸੇ ਤਰ੍ਹਾਂ ਹੀ ਦੁੱਖ ਰਹੀ ਹੈ।
ਡਾਕਟਰ ਜੀ ਨੇ ਆਪਣੇ ਪੂਰੇ ਤਜਰਬੇ ਦਾ ਫਾਇਦਾ ਉਠਾਉਂਦਿਆਂ ਗਰੀਬ ਮਰੀਜ਼ ਦੀ ਮਾਨਸਿਕ ਹਾਲਤ ਪੜ੍ਹਦਿਆਂ ਕਹਿਣ ਲੱਗਾ, ਕੋਈ ਨਹੀਂ ਮਿੱਤਰਾ, ਕੋਈ ਨਹੀਂ, ਉਂਝ ਤਾਂ ਇਹ ਵੀ ਖਰਾਬ ਹੀ ਸੀ ਤੇ ਇਹ ਵੀ ਪੁੱਟਣੀ ਹੀ ਪੈਣੀ ਸੀ। ਚੰਗਾ ਹੋਇਆ ਪਹਿਲਾਂ ਹੀ ਪੁੱਟੀ ਗਈ। ਦੂਸਰਾ ਕੀੜਾ ਵੀ ਇਹਦੇ ਤੇ ਬੈਠ ਕੇ ਹੀ ਦੂਸਰੀ ਦਾਲ ਨੂੰ ਡੰਗ ਮਾਰਦਾ ਸੀ। ਚੱਲ ਤੂੰ ਘਬਰਾ ਨਾ, ਮੈਂ ਤੇਰੇ ਪਾਸੋਂ ਪੈਸੇ ਇੱਕ ਦਾੜ ਪੁੱਟਣ ਦੇ ਹੀ ਲਵਾਂਗਾ, ਕਿਉਂਕਿ ਤੂੰ ਆਪਣੇ ਘਰ ਦਾ ਹੀ ਆਦਮੀ ਹੈ। ਪੈਸਿਆਂ ਦੀ ਕੋਈ ਬਹੁਤੀ ਗੱਲ ਨਹੀਂ ਹੈ, ਆਰਾਮ ਆਉਣਾ ਚਾਹੀਦਾ ਹੈ। ਮਰੀਜ਼ ਵਿਚਾਰਾ ਡਾਕਟਰ ਦੀਆਂ ਚੋਪੜੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਖੁਸ਼ ਹੋ ਗਿਆ ਤੇ ਇੱਕ ਦਾੜ ਦੇ ਚਾਈ ਪੈਸੇ ਦੇ ਕੇ ਆਪਣੇ ਘਰ ਆ ਗਿਆ। ਡਾਕਟਰ ਵੀ ਖੁਸ਼ ਤੇ ਮਰੀਜ਼ ਵੀ ਖੁਸ਼। ਦੋਸਤ ਦੇ ਬੈਠਿਆਂ ਡਾਕਟਰ ਸਾਹਿਬ ਜੀ ਦੇ ਪਾਸ ਇੱਕ ਹੋਰ ਮਰੀਜ਼ ਆ ਗਿਆ ਜਿਸ ਦੇ ਗੋਡੇ ਦੁਖਦੇ ਸਨ। ਮਰੀਜ਼ ਕਹਿਣ ਲੱਗਾ, ਡਾਕਟਰ ਜੀ ਮੇਰੇ ਗੋਡੇ ਬਹੁਤ ਦੁਖਦੇ ਹਨ, ਕੋਈ ਪੱਕਾ ਜਿਹਾ ਇਲਾਜ ਕਰਿਆ ਜੀ। ਮੈਨੂੰ ਟੂਟੀਆਂ ਆਦਿਕ ਵੀ ਲਾ ਕੇ ਦੇਖਿਆ ਜੀ, ਮੈਂ ਠੀਕ ਹੋ ਜਾਵਾਂਗਾ ਕਿ ਨਹੀਂ? ਡਾਕਟਰ ਸਾਹਿਬ ਨੇ ਸਟੈਥੀਓ ਨੂੰ ਕੰਨ ਵਿੱਚ ਲਾਇਆ ਤੇ ਉਸ ਦੇ ਗੋਡੇ ਗਿੱਟਿਆਂ ਦੇ ਲਾ ਕੇ ਦੇਖੇ। ਮਰੀਜ਼ ਨੂੰ ਕਦੇ ਪੁੱਠਾ ਬੈਠਣ ਲਈ ਕਹੇ, ਕਦੇ ਮਰੀਜ਼ ਨੂੰ ਲੰਬਾ ਪੈਣ ਲਈ ਕਹੇ। ਮਰੀਜ਼ ਸਾਊ ਪੁੱਤ ਵਾਂਗ ਡਾਕਟਰ ਸਾਹਿਬ ਜੀ ਦੇ ਹੁਕਮ ਦੀ ਤਾਮੀਲ ਕਰੀ ਜਾਵੇ। ਅਖੀਰ ਡਾਕਟਰ ਸਾਹਿਬ ਜੀ ਨੇ ਪੇਨ ਕਿਲਰ ਦੀਆਂ ਗੋਲੀਆਂ ਦੇ ਕੇ ਚੌਥੇ ਦਿਨ ਨੂੰ ਦੁਬਾਰਾ ਆਉਣ ਲਈ ਹੁਕਮ ਚਾੜ ਦਿੱਤਾ। ਹੁਣ ਪਾਸ ਬੈਠੇ ਦੋਸਤ ਨੇ ਸਬਰ ਦਾ ਪਿਆਲਾ ਭਰ ਗਿਆ ਤੇ ਆਪਣੇ ਡਾਕਟਰ ਦੋਸਤ ਨੂੰ ਪੁੱਛਣ ਲੱਗਾ, ਦੋਸਤਾ, ਮੈਂ ਸਦਕੇ ਜਾਵਾਂ ਤੇ ਡਾਕਟਰੀ ਦੇ ਤੇ ਸਦਕੇ ਜਾਵਾਂ ਉਹਨਾਂ ਗਰੀਬ ਮਰੀਜ਼ਾਂ ਦੇ ਜੋ ਤੇਰੇ ਤੇ ਅਥਾਹ ਸ਼ਰਧਾ ਰੱਖ ਕੇ ਤੇਰੇ ਪਾਸ ਤੁਰੇ ਆ ਰਹੇ ਹਨ। ਇੱਕ ਮਰੀਜ਼ ਦੀ ਤੂੰ ਤੰਦਰੁਸਤ ਦਾੜ ਕੱਢ ਕੇ ਰੱਖ ਦਿੱਤੀ, ਤੇ ਉਹ ਦੂਸਰੇ ਮਰੀਜ਼ ਤੇ ਤੂੰ ਸਟੈਥੀਓ ਗੋਡਿਆਂ ਗਿੱਟਿਆਂ ਨੂੰ ਲਾ ਕੇ ਉਸ ਨੂੰ ਪੂਰਾ ਬੇਵਕੂਫ ਬਣਾ ਕੇ ਤੋੜ ਦਿੱਤਾ ਈ। ਮੈਨੂੰ ਤੇਰੀ ਥਿਊਰੀ ਦੀ ਭੋਰਾ ਵੀ ਸਮਝ ਨਹੀਂ ਆਈ। ਡਾਕਟਰ ਸਾਹਿਬ ਜੀ ਠਹਾਕਾ ਮਾਰ ਕੇ ਖੂਬ ਉੱਚੀ ਹੱਸੇ ਤੇ ਅਸਲੀ ਭੇਦ ਵਾਲੀ ਗੱਲ ਸੁਣਾਉਣ ਲੱਗੇ ਕਿ ਭਲੇ ਦੋਸਤ, ਸਾਰੇ ਮਰੀਜ਼ ਦਵਾਈਆਂ ਨਾਲ ਠੀਕ ਨਹੀਂ ਹੁੰਦੇ। ਇਹਨਾਂ ਦਾ ਦਿਮਾਗੀ ਪੱਧਰ ਸਮਝ ਕੇ ਇਹਨਾਂ ਨਾਲ ਗੱਲ ਕਰੀਦੀ ਏ। ਹੁਣ ਤੂੰ ਦੇਖ, ਜੋ ਦਾੜ ਵਾਲਾ ਮਰੀਜ਼ ਸੀ ਉਸ ਦੀ ਮੇਰੇ ਪਾਸੋਂ ਗਲਤੀ ਨਾਲ ਤੰਦਰੁਸਤ ਦਾੜ ਨਿਕਲ ਗਈ, ਪਰ ਉਹ ਮਰੀਜ਼ ਕੇਵਲ 20 ਰੁਪਏ ਹੀ ਦੇ ਸਕਦਾ ਸੀ। ਉਸ ਨੂੰ ਦਾੜ ਦਾ ਬਹੁਤਾ ਫਿਕਰ ਨਹੀਂ ਸੀ ਕਿ ਦਾੜ ਕਿਹੜੀ ਨਿਕਲ ਗਈ ਹੈ। ਉਸ ਵਿਚਾਰੇ ਨੂੰ ਪੈਸੇ ਸੰਸਾ ਪੈ ਗਿਆ ਕਿ 20 ਰੁਪਏ ਮੈਂ ਹੋਰ ਕਿੱਥੋਂ ਦਿਆਂਗਾ, ਕਿਉਂਕਿ ਮੇਰੇ ਪਾਸੋਂ ਇੱਕ ਦਿਨ ਪਹਿਲਾਂ ਪੁੱਛ ਗਿਆ ਸੀ ਕਿ ਪੈਸੇ ਵੱਧ ਤਾਂ ਨਹੀਂ ਲਓਗੇ। ਉਸ ਵਿਚਾਰੇ ਨੂੰ ਦਾੜ ਦਾ ਘੱਟ ਤੇ 20 ਦਾ ਵੱਧ ਫਿਕਰ ਵੱਡ ਖਾਈ ਜਾ ਰਿਹਾ ਸੀ। ਮੇਰੇ ਕਹਿਣ ਤੇ ਕਿ ਭਈ ਕੋਈ ਗੱਲ ਨਹੀਂ, ਤੂੰ ਘਰ ਦਾ ਹੀ ਆਦਮੀ ਏ। ਉਹ ਆਦਮੀ ਖੁਸ਼ ਹੋ ਗਿਆ। ਸ਼ੁਕਰ ਹੈ ਮੇਰੇ 20 ਬਚ ਗਏ, ਕਿਉਂਕਿ ਆਦਮੀ ਗਰੀਬ ਸੀ, ਸੋਚਦਾ ਮੇਰੇ 20 ਰੁਪਏ ਬਚ ਗਏ। ਗੋਡਿਆਂ ਵਾਲੇ ਨੂੰ ਇਹ ਚਿੰਤਾ ਸੀ ਕਿ ਡਾਕਟਰ ਸਾਹਿਬ ਦਾ ਪਤਾ ਨਹੀਂ ਮੈਨੂੰ ਟੂਟੀਆਂ ਲਗਾ ਕੇ ਦੇਖਦਾ ਵੀ ਆ ਕੇ ਨਹੀਂ। ਮੇਰੇ ਖਿਆਲ ਅਨੁਸਾਰ ਉਸਨੇ ਦਵਾਈਆਂ ਨਾਲ ਘੱਟ ਤੇ ਟੂਟੀਆਂ ਨਾਲ ਜ਼ਿਆਦਾ ਠੀਕ ਹੋਣਾ ਸੀ। ਉਸ ਦਾ ਮਾਨਸਿਕ ਪੱਧਰ ਟੂਟੀਆਂ ਤੱਕ ਹੀ ਸੀਮਿਤ ਸੀ। ਇਸ ਲਈ ਉਸ ਨੂੰ ਮੈਂ ਟੂਟੀਆਂ ਤੇਰੇ ਸਾਹਮਣੇ ਹੀ ਲਗਾ ਕੇ ਦੇਖਿਆ ਤੇ ਇਹ ਯਕੀਨ ਕਰਾ ਦਿੱਤਾ, ਤੂੰ ਜ਼ਰੂਰ ਠੀਕ ਹੋ ਜਾਏਗਾ। ਹੁਣ ਇਸ ਆਦਮੀ ਨੇ ਸਾਰਿਆਂ ਨੂੰ ਦੱਸਣਾ ਹੈ ਕਿ ਉਹ ਡਾਕਟਰ ਸਾਹਿਬ ਜੀ ਬਹੁਤ ਵੱਡੇ ਡਾਕਟਰ ਹਨ, ਜਿਨ੍ਹਾਂ ਨੇ ਮੈਨੂੰ ਕਈ ਵਾਰ ਕਈ ਟੂਟੀਆਂ ਲਾ ਕੇ ਦੇਖਿਆ। ਬਸ ਮਿੱਤਰਾ, ਇਸ ਨੂੰ ਦਵਾਈ ਦੀ ਘੱਟ ਤੇ ਟੂਟੀਆਂ ਦੀ ਜ਼ਿਆਦਾ ਜ਼ਰੂਰਤ ਸੀ, ਉਹ ਮੈਂ ਪੂਰੀ ਕਰ ਦਿੱਤੀ। ਪਹਿਲੀ ਉਦਾਹਰਨ ਤੋਂ ਤਾਂ ਇਹ ਪ੍ਰਤੀਤ ਹੁੰਦਾ ਹੈ ਕਿ ਕਵਿਤਾ ਬਣੇ ਜਾਂ ਨਾ ਬਣੇ, ਪਰ ਪੰਡਿਤ ਜੀ ਕੋਹਲੂ ਦਾ ਭਾਰ ਜ਼ਰੂਰ ਮਹਿਸੂਸ ਕਰਨਗੇ। ਇੰਜ ਹੀ ਕੀਰਤਨ ਦੀ ਘਰ ਵਾਲਿਆਂ ਵਿੱਚੋਂ ਕਿਸੇ ਨੂੰ ਸਮਝ ਆਏ ਜਾਂ ਨਾ ਆਏ, ਪਰ ਇਹ ਮਹਿਸੂਸ ਜ਼ਰੂਰ ਕਰਨਗੇ ਬਾਣੀ ਪੜ੍ਹਨ ਵਾਲਿਆਂ ਨੇ ਸਾਡਾ ਬਹੁਤ ਖਿਆਲ ਰੱਖਿਆ ਹੈ। ਕਿੰਨੇ ਪਿਆਰੇ ਸ਼ਬਦ ਇਹਨਾਂ ਨੇ ਪੜ੍ਹੇ ਨੇ। ਦੇਖੋ ਜੀ, ਮਹਾਰਾਜ ਜੀ ਦੀ ਕਿੰਨੀ ਅਪਾਰ ਕਿਰਪਾ ਹੋਈ ਕਿ ਸ਼ਬਦ ਵਿੱਚ ਸਾਡੇ ਲਈ ਖੁਸ਼ੀਆਂ ਸ਼ਬਦ ਆਇਆ ਹੈ। ਡਾਕਟਰ ਮਰੀਜ਼ ਦੀ ਮਾਨਸਿਕ ਅਵਸਥਾ ਦੇਖ ਕੇ ਦਵਾਈ ਦਿੰਦਾ ਹੈ, ਉਹਨਾਂ ਦੀ ਛਿੱਲ ਉਧੇੜੀ ਜਾ ਰਿਹਾ ਹੈ। ਇੰਜ ਸਿੱਖੀ ਪ੍ਰਚਾਰ ਨਾਲ ਸਾਡਾ ਕੋਈ ਸਰੋਕਾਰ ਨਹੀਂ ਕਿ ਸ਼ਬਦ ਦੇ ਕੀ ਅਰਥ ਨਿਕਲਦੇ ਹਨ,
ਸਾਡਾ ਇਸ ਦੇ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਅਸਾਂ ਤੇ ਪਰਿਵਾਰਾਂ ਦੀ ਮਾਨਸਿਕ ਦਸ਼ਾ ਦੇਖ ਕੇ ਹੀ ਕੀਰਤਨ ਕਰਨਾ ਹੈ। ਇਸ ਲਈ ਅਰਥਾਂ ਦੀ ਬਹੁਤੀ ਜ਼ਰੂਰਤ ਨਹੀਂ ਹੈ। ਪਰ ਲੋਕ ਕਹਿ ਰਹੇ ਹਨ, ਦੇਖੋ ਜੀ ਕੀਰਤਨ ਕਿੰਨਾ ਸੁੰਦਰ ਕੀਤਾ ਹੈ। ਕੋਈ ਜਵਾਬ ਨਹੀਂ ਭਾਈ ਸਾਹਿਬ ਜੀ ਦੀ ਆਵਾਜ਼ ਦਾ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਯਾਨੀ ਕਿ 400 ਸਾਲਾ ਸ਼ਹੀਦੀ ਪੁਰਬ ਸੰਸਾਰ ਪੱਧਰ ਤੇ ਮਨਾਇਆ ਗਿਆ ਹੈ। ਇਸ ਵਿੱਚ 400 ਸਾਲਾ ਸ਼ਤਾਬਦੀ ਮਨਾਉਣ ਲਈ ਮੈਨੂੰ ਬਹਿਰੀਨ ਆਉਣ ਦਾ ਸਬੱਬ ਬਣਿਆ। ਇੱਥੇ ਕੋਈ 6-7 ਥਾਵਾਂ ਤੇ ਗੁਰਦੁਆਰੇ ਹਨ ਜਿੱਥੇ ਹਫ਼ਤੇ ਦੇ ਹਰ ਦਿਨ ਇੱਕ ਗੁਰਦੁਆਰੇ ਕਥਾ ਕੀਰਤਨ ਹੁੰਦਾ ਹੈ। ਦੇਖਿਆ ਗਿਆ ਕਿ ਕਈ ਵੀਰਾਂ ਨੇ ਕੀਰਤਨ ਦਾ ਸਮਾਂ ਲਿਆ ਤੇ ਉਹਨਾਂ ਵਿੱਚੋਂ ਬਹੁਤਿਆਂ ਨੇ ਇੱਕੋ ਹੀ ਸ਼ਬਦ ਦੁਆਰਾ ਆਪਣੀ ਕੀਰਤਨ ਦੀ ਹਾਜ਼ਰੀ ਲਗਾਈ। ਹਾਲਾਂਕਿ ਇਸ ਸ਼ਬਦ ਦੇ ਪਹਿਲੇ ਦਿਨ ਹੀ ਅਰਥ ਕਰ ਦਿੱਤੇ ਗਏ ਸਨ, ਫਿਰ ਵੀ ਵੀਰ ਮੁੜ ਇੱਕੋ ਸ਼ਬਦ ਹੀ ਪੜ੍ਹੀ ਜਾ ਰਹੇ ਸਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਪਰ ਸਾਨੂੰ ਗੁਰੂ ਉਪਦੇਸ਼ ਇਸ ਸ਼ਬਦ ਵਿੱਚੋਂ ਕੀ ਮਿਲਦਾ ਹੈ, ਇਸ ਲਈ ਅੱਜ ਜ਼ਰੂਰਤ ਹੈ ਸ਼ਬਦ ਨੂੰ ਸਮਝਣ ਦੀ ਕਿ ਇਸ ਦੀ ਕੀ ਮਹਾਨਤਾ ਹੈ ਤੇ ਸਾਡੀ ਜ਼ਿੰਦਗੀ ਵਿੱਚ ਇਸ ਸ਼ਬਦ ਦੁਆਰਾ ਕਿਵੇਂ ਬਦਲਾਅ ਆ ਸਕਦਾ ਹੈ। ਬਿਲਾਵਲ ਮਹਲਾ 5 ਪੰਨਾ 846। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ज्योति ज्योत रली संपूर्ण थिया राम। ब्रह्म दिसह ब्रह्म सुनिया एक एक वखाणिया। आत्म पसारा करण हारा प्रभ बिना नहीं जानिया। आप करता आप भुगता आव कारण किया। बिनवंत नानक से जान है जिन्नी हारे रस पिया। बिनवंत नानक से जान है जिन्नी हारे रस पिया। ਮੈਨੂੰ ਕਈ ਥਾਵਾਂ ਤੇ ਇਹ ਸ਼ਬਦ ਸੁਣਨ ਨੂੰ ਮਿਲਿਆ ਤੇ ਹਰੇਕ ਜਗ੍ਹਾ ਤੇ ਤਕਰੀਬਨ ਇੱਕੋ ਹੀ ਅਰਥ ਸੁਣਨ ਨੂੰ ਮਿਲੇ। ਕੀਰਤਨੀਏ ਵੀਰ ਅਰਥ ਕਰ ਰਹੇ ਸਨ, ਸਾਧ ਸੰਗਤ ਜੀ, ਜਿਸ ਤਰ੍ਹਾਂ ਸੂਰਜ ਵਿੱਚੋਂ ਸਵੇਰੇ ਕਿਰਨਾਂ ਨਿਕਲਦੀਆਂ ਹਨ ਤੇ ਸ਼ਾਮ ਨੂੰ ਉਹ ਕਿਰਨਾਂ ਫਿਰ ਸੂਰਜ ਵਿੱਚ ਸਮਾ ਜਾਂਦੀਆਂ ਹਨ, ਇਸੇ ਤਰ੍ਹਾਂ ਹੀ ਬੰਦਾ ਜਨਮ ਪਰਮਾਤਮਾ ਵਿੱਚੋਂ ਲੈਂਦਾ ਏ ਤੇ ਫਿਰ ਮੁੜ ਕੇ ਪਰਮਾਤਮਾ ਵਿੱਚ ਹੀ ਸਮਾ ਜਾਂਦਾ ਹੈ। ਜਿਸ ਤਰ੍ਹਾਂ ਸੂਰਜ ਦੀ ਕਿਰਨ ਸੂਰਜ ਵਿੱਚ ਸਮਾ ਜਾਂਦੀ ਹੈ, ਇੰਜ ਹੀ ਮਰ ਚੁੱਕੇ ਬੰਦੇ ਦੀ ਜੋਤ ਵੀ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਸੂਰਜ ਕਿਰਨ ਮਿਲੇ ਤੇ ਜੋਤੀ ਜੋਤ ਰਲੀ, ਦੋ ਸ਼ਬਦਾਂ ਨੂੰ ਲੈ ਕੇ ਘਰਦਿਆਂ ਨੂੰ ਪੂਰਾ ਯਕੀਨ ਦਿਵਾ ਦਿੱਤਾ ਜਾਂਦਾ ਹੈ ਕਿ ਤੁਹਾਡਾ ਬਜ਼ੁਰਗ ਸੂਰਜ ਦੀ ਕਿਰਨ ਵਾਂਗ ਰੱਬ ਜੀ ਨਾਲ ਮਿਲ ਗਿਆ ਹੈ ਤੇ ਉਸ ਦੀ ਪਵਿੱਤਰ ਜੋਤ ਰੱਬ ਦੀ ਜੋਤ ਵਿੱਚ ਰਲ ਗਈ ਹੈ। ਕੀਰਤਨ ਰਾਹੀਂ ਘਰਦਿਆਂ ਨੂੰ ਸਮਝਾ ਦਿੱਤਾ ਕਿ ਤੁਹਾਨੂੰ ਕੋਈ ਚਿੰਤਾ ਦੀ ਲੋੜ ਨਹੀਂ ਹੈ ਤੇ ਹੁਣ ਤੁਸੀਂ ਕਿਸੇ ਕਿਸਮ ਦਾ ਫਿਕਰ ਵੀ ਨਾ ਕਰਿਆ ਜੀ, ਕਿਉਂਕਿ ਬਜ਼ੁਰਗ ਸਵਰਗ ਵਿੱਚ ਸਿੱਧੇ ਹੀ ਪਹੁੰਚ ਗਏ ਹਨ। ਦਰਅਸਲ ਇਹ ਪਵਿੱਤਰ ਕੀਰਤਨ ਪਿੱਛੇ ਰਹਿ ਗਏ ਪਰਿਵਾਰ ਨੂੰ ਗੁਰਬਾਣੀ ਦੁਆਰਾ ਢਾਸ ਦੇਣ ਲਈ ਹੈ, ਨਾ ਕਿ ਮਰ ਚੁੱਕੇ ਆਦਮੀ ਲਈ ਹੈ। ਇਹੋ ਹੀ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਤੇ ਪੜ੍ਹਿਆ ਜਾਂਦਾ ਹੈ ਤੇ ਬਾਕੀ ਗੁਰੂ ਸਾਹਿਬਾਨ ਜੀ ਦੇ ਜੋਤੀ ਜੋ ਸਮਾਉਣ ਦੇ ਗੁਰਪੁਰਬਾਂ ਉੱਤੇ ਵੀ ਪੜ੍ਹਿਆ ਜਾਂਦਾ ਹੈ। ਸਰਬਕਾਲੀ, ਸਰਬਦੇਸ਼ੀ, ਸਰਬ ਸਾਂਝੀ ਗੁਰਬਾਣੀ ਦੇ ਇਸ ਮਹਾਨ ਸ਼ਬਦ ਦੀ ਵਿਚਾਰ ਦੇਖੀਏ। ਇਹ ਤੁਕਾਂ ਬਿਲਾਵਲ ਰਾਗ ਦੇ ਇੱਕ ਛੰਤ ਦੀਆਂ ਮਗਰਲੇ ਬੰਦ ਦੀਆਂ ਹਨ। ਇਸ ਵਾਕ ਵਿੱਚ ਗੁਰੂ ਸਾਹਿਬ ਜੀ ਕਠੋਰ ਮਨ ਦੀ ਅਵਸਥਾ ਬਰਫ਼ ਦਾ ਪ੍ਰਤੀਕ ਲੈ ਕੇ ਦੱਸ ਰਹੇ ਹਨ। ਸੂਰਜ ਦੀਆਂ ਕਿਰਨਾਂ ਜਦੋਂ ਪਾਣੀ ਨਾਲ ਮਿਲ ਜਾਂਦੀਆਂ ਹਨ ਤਾਂ ਉਦੋਂ ਪਾਣੀ ਦਾ ਪਾਣੀ ਹੋ ਜਾਂਦਾ ਹੈ। ਸਵਾਲ ਉੱਠਦਾ ਹੈ ਕਿ ਪਾਣੀ ਦਾ ਪਾਣੀ ਕਿਵੇਂ ਹੋ ਗਿਆ? ਪਾਣੀ ਠੋਸ, ਤਰਲ ਤੇ ਗੈਸ ਦੇ ਤਿੰਨਾਂ ਰੂਪਾਂ ਵਿੱਚ ਮਿਲਦਾ ਹੈ। ਪਾਣੀ ਨੂੰ ਗਰਮ ਕੀਤਾ ਜਾਏ ਤੇ ਪਾਣੀ ਭਾਫ਼ ਬਣ ਜਾਂਦਾ ਹੈ, ਗੈਸ ਬਣ ਜਾਂਦਾ ਹੈ। ਉਸੇ ਹੀ ਪਾਣੀ ਨੂੰ -ਡਿਗਰੀ ਤੋਂ ਥੱਲੇ ਲੈ ਆਈਏ ਤਾਂ ਉਹੀ ਪਾਣੀ ਬਰਫ਼ ਦਾ ਰੂਪ ਧਾਰਨ ਕਰ ਜਾਂਦਾ ਹੈ।
ਗੁਰੂ ਸਾਹਿਬ ਜੀ ਮਨੁੱਖੀ ਕਠੋਰਤਾ ਦੀ ਗੱਲ ਕਰ ਰਹੇ ਹਨ। ਜਿਸ ਤਰ੍ਹਾਂ ਪਾਣੀ ਜੰਮ ਜਾਏ ਤਾਂ ਸਖਤ ਬਰਫ਼ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਗੁਰੂ ਨਾਲੋਂ ਟੁੱਟਿਆ ਮਨੁੱਖ ਦਾ ਮਨ ਵੀ ਸਖਤ ਬਰਫ਼ ਵਰਗਾ ਕਠੋਰ ਹੋ ਜਾਂਦਾ ਹੈ। ਬਰਫ਼ ਤੇ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਤਾਂ ਪਾਣੀ ਪਿਘਲਦਾ ਹੈ। ਬਰਫ਼ ਪਿਘਲ ਕੇ ਆਪਣੇ ਅਸਲੀ ਰੂਪ ਪਾਣੀ ਵਿੱਚ ਆ ਜਾਂਦੀ ਹੈ। ਸੂਰਜ ਕਿਰਨ ਮਿਲੈ, ਜਲ ਕਾ ਜਲ ਹੁਆ ਰਾਮ, ਜਲ ਕਾ ਜਲ ਹੁਆ। ਪਾਣੀ ਜੰਮਿਆ ਬਰਫ਼ ਸੀ, ਗਰਮੀ ਨਾਲ ਪਿਘਲ ਕੇ ਪਾਣੀ ਬਣ ਗਿਆ। ਸੂਰਜ ਪਾਣੀ ਬਣ ਗਿਆ। ਸੂਰਜ ਗਿਆਨ ਦੇ ਪ੍ਰਤੀਕ ਵਜੋਂ ਆਇਆ ਏ। ਜਿੰਨਾ ਚਿਰ ਗੁਰਬਾਣੀ ਗਿਆਨ ਨਹੀਂ ਸੀ, ਮਨ ਹਮੇਸ਼ਾ ਹੀ ਕਠੋਰ ਅਵਸਥਾ ਦੇ ਵਿੱਚ ਵਿਚਰ ਕੇ ਖੁਸ਼ ਹੁੰਦਾ ਸੀ। ਹੁਣ ਜਦੋਂ ਦਾ ਗੁਰੂ ਗਿਆਨ ਪ੍ਰਾਪਤ ਹੋ ਗਿਆ ਹੈ, ਮਨ ਦੀ ਕਠੋਰਤਾ ਤੇ ਰੁੱਖਾਪਨ ਖਤਮ ਹੀ ਨਹੀਂ ਹੋਈ, ਸਗੋਂ ਮਨ ਤੇ ਪ੍ਰਮਾਤਮਾ ਦੀ ਇੱਕ ਮਿਕਤਾ ਹੋ ਗਈ ਹੈ। ਦੂਸਰੀ ਤੋਂ ਕੁਝ ਹੋਰ ਵੀ ਸਪਸ਼ਟ ਹੋ ਜਾਂਦਾ ਹੈ। ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਮਨੁੱਖੀ ਮਨ ਅਸਲ ਵਿੱਚ ਹੈ ਪ੍ਰਮਾਤਮਾ ਦੇ ਗੁਣਾਂ ਦਾ ਸਰੂਪ, ਪਰ ਸੰਸਾਰ ਵਿੱਚ ਰਹਿੰਦਿਆਂ ਰੱਬੀ ਗੁਣਾਂ ਨਾਲੋਂ ਟੁੱਟਿਆ ਇਹ ਹਉਮੈ, ਈਰਖਾ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਜਿਸ ਤਰ੍ਹਾਂ ਬਰਫ਼ ਨੂੰ ਸੂਰਜ ਦੀਆਂ ਕਿਰਨਾਂ ਮਿਲਦੀਆਂ ਨੇ ਤੇ ਉਸ ਦਾ ਪਾਣੀ ਬਣ ਜਾਂਦਾ ਹੈ, ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਲੈ ਕੇ ਅਸੀਂ ਆਪਣੇ ਮਨ ਦੀ ਕਠੋਰਤਾ ਦੂਰ ਕਰ ਸਕਦੇ ਹਾਂ। ਜੋ ਰੱਬ ਜੀ ਦੇ ਗੁਣ ਹਨ, ਉਹ ਸਾਰੇ ਗੁਣ ਸਾਡੇ ਵਿੱਚ ਆ ਸਕਦੇ ਹਨ। ਤੇ ਇਸ ਨੂੰ ਕਿਹਾ ਗਿਆ ਹੈ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਰੱਬ ਜੀ ਦੀ ਨਿਯਮਾਵਲੀ, ਸਿਧਾਂਤ, ਹੁਕਮ ਨੂੰ ਸਮਝ ਕੇ ਉਸ ਵਿੱਚ ਆਪਣੇ ਆਪ ਨੂੰ ਢਾਲਣਾ, ਉਸ ਦਾ ਨਿਤਾ ਪ੍ਰਤੀ ਅਭਿਆਸ ਕਰਨ ਨੂੰ ਜੋਤੀ ਜੋਤ ਰਲੀ ਕਿਹਾ ਜਾ ਸਕਦਾ ਹੈ। ਮਨੁੱਖੀ ਮਨ ਦੀ ਸਭ ਤੋਂ ਵੱਡੀ ਕਠੋਰਤਾ ਨਫ਼ਰਤ ਦੀ ਹੈ। ਜੇ ਇਹ ਨਫ਼ਰਤ ਵਰਗੀ ਭਿਆਨਕ ਬਿਮਾਰੀ ਦੇ ਕੀਟਾਣੂ ਇਸ ਦੇ ਦਿਮਾਗ ਵਿੱਚੋਂ ਨਿਕਲ ਜਾਣ ਤਾਂ ਇਸ ਰੱਬ ਦੇ ਬੰਦੇ ਨੂੰ ਚਾਰ ਚਫੇਰੇ ਆਪਣੇ ਹੀ ਆਪਣੇ ਨਜ਼ਰ ਆਉਣਗੇ। ਦੁਸ਼ਮਣੀ ਦੀਆਂ ਵਲਗਣਾਂ ਸਦਾ ਲਈ ਢਹਿ ਜਾਣਗੀਆਂ ਤੇ ਹਰ ਪਾਸੇ ਰੱਬ ਜੀ ਦੇ ਹੀ ਦੀਦਾਰੇ ਹੋਣਗੇ। ਇੰਜ ਲੱਗੇਗਾ ਜਿਵੇਂ ਪ੍ਰਮਾਤਮਾ ਹੀ ਆਪ ਸੁਣ ਰਿਹਾ ਹੈ, ਉਹ ਆਪ ਹੀ ਦੇਖ ਰਿਹਾ ਹੈ ਤੇ ਫਿਰ ਹਰ ਵਿੱਚ ਉਸ ਦਾ ਹੀ ਉਹੀ ਵਸਦਾ ਨਜ਼ਰ ਆਏਗਾ। ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਸਾਰੇ ਸੰਸਾਰ ਦਾ ਖਿਲ ਰਿਹਾ ਹੋਇਆ ਖਿਲਾਰਾ ਪਰਮਾਤਮਾ ਦਾ ਹੀ ਰੂਪ ਨਜ਼ਰ ਆਏਗਾ। ਪਰਮਾਤਮਾ ਦੇ ਗੁਣਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਦਿਸੇਗਾ। ਫਿਰ ਮਨੁੱਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਮਾਤਮਾ ਆਪ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ, ਆਪ ਹੀ ਜੀਵਾਂ ਵਿੱਚ ਬੈਠ ਕੇ ਆਪ ਹੀ ਰੰਗ ਮਾਣ ਰਿਹਾ ਹੈ ਤੇ ਉਹ ਆਪ ਹੀ ਹਰੇਕ ਕੰਮ ਕਰਨ ਦੀ ਪ੍ਰੇਰਨਾ ਦੇ ਰਿਹਾ ਹੈ। ਆਪ ਕਰਤਾ, ਆਪ ਭੁਗਤਾ, ਆਪ ਕਾਰਨ ਕੀਆ। ਆਪ ਕਰਤਾ, ਆਪ ਭੁਗਤਾ, ਆਪ ਕਾਰਨ ਕੀਆ। ਗੁਰੂ ਅਰਜਨ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਇਸ ਅਵਸਥਾ ਨੂੰ ਉਹੀ ਮਨੁੱਖ ਸਮਝਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੇ ਗੁਣਾਂ ਦਾ ਸਵਾਦ ਚੱਖ ਲਿਆ ਹੈ। ਬਿਨਵੰਤ ਨਾਨਕ ਸੇਈ ਜਾਣੇ ਜਿਨੀ ਹਰ ਰਸ ਪੀਆ। ਬਿਨਵੰਤ ਨਾਨਕ ਸੇਈ ਜਾਣੇ ਜਿਨੀ ਹਰ ਰਸ ਪੀਆ। ਇਸ ਸ਼ਾਂਤ ਵਿੱਚ ਕਠੋਰਤਾ ਦੇ ਕੁਝ ਰੂਪ ਜਿਵੇਂ ਮਲੀਨਤਾ, ਨਿਜ ਸਵਾਰਥ ਦਾ ਮੋਹ, ਪੰਜ ਵਿਕਾਰਾਂ ਤੇ ਭੈੜੀ ਮੱਤ ਵੀ ਦੱਸੇ ਹਨ। ਸਾਹਿਬ ਜੀ ਫਰਮਾਉਂਦੇ ਹਨ, ਇਹ ਸਦਾ ਨਹੀਂ ਬੈਠ ਸਕਦੇ। ਜੇਕਰ ਅਸੀਂ ਆਪਣੇ ਮਨ ਦੀ ਬਾਂਹ ਗੁਰੂ ਜੀ ਨੂੰ ਫੜਾ ਕੇ ਆਪਣੇ ਆਪ ਨੂੰ ਸਮਰਪਣ ਕਰ ਦਈਏ। ਕਰ ਗਹਿ ਭੁਜਾ ਗਹੀ ਕਠ ਜਮ ਕੀ ਫਾਸੀ ਰਾਮ। ਗਹਿ ਭੁਜਾ ਲੀਨੀ ਦਾਸ ਕੀਨੀ ਔਂਕਰ ਉਧੋਤ ਜਣਾਇਆ। ਮਲਨ ਮੋਹ ਬਿਕਾਰ ਨਾਠੇ ਦਿਵਸ ਨਿਰਮਲ ਆਇਆ। ਦ੍ਰਿਸ਼ਧਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ। ਇਸੇ ਹੀ ਸ਼ੰਤ ਦੀਆਂ ਆਰੰਭਕ ਤੁਕਾਂ ਵਿੱਚ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਸੂਰਜ ਦੀ ਕਿਰਨ ਜਦੋਂ ਬਰਫ਼ ਤੇ ਪੈਂਦੀ ਹੈ ਤਾਂ ਇੱਕ ਬਦਲਾਅ ਪੈਦਾ ਹੁੰਦਾ ਹੈ। ਭਾਵ ਗੁਰੂ ਜੀ ਦੇ ਸੂਰਜ ਰੂਪੀ ਗਿਆਨ ਦੁਆਰਾ ਮਾਨਸਿਕ ਰੋਗਾਂ ਦਾ ਦੂਰ ਹੋਣਾ, ਬੇਲੋੜੀਆਂ ਚਿੰਤਾਵਾਂ ਦਾ ਭਿਆਨਕ ਦੁੱਖ, ਆਤਮਕ ਤਲ ਤੇ ਜੰਮਣਾ ਮਰਨਾ ਖਤਮ ਹੋ ਜਾਂਦੇ ਹਨ। ਸੂਰਜ ਦੀ ਕਿਰਨ ਮਿਲਣ ਦਾ ਹੀ ਅਸਰ ਹੈ।
ਆਤਮਿਕ ਜੀਵਨ ਦੇਣ ਵਾਲੀ ਭਗਤੀ ਤੇ ਰਿਧੀਆਂ ਸਿੱਧੀਆਂ ਦਾ ਖਜ਼ਾਨਾ ਮਿਲ ਜਾਂਦਾ ਹੈ। ਤਹ ਰੋਗ ਸੋਗ ਨਾ ਦੁਖ ਵਿਆਪੈ, ਜਨਮ ਮਰਨ ਨਾ ਤਾਹ। ਰਿੱਧ ਸਿੱਧ ਸੁਧਾ ਰਸ ਅੰਮ੍ਰਿਤ, ਭਗਤ ਭਰੇ ਭੰਡਾਰਾ। ਤਹ ਰੋਗ ਸੋਗ ਨਾ ਦੁਖ ਵਿਆਪੈ, ਜਨਮ ਮਰਨ ਨਾ ਤਾਹ। ਰਿੱਧ ਸਿੱਧ ਸੁਧਾ ਰਸ ਅੰਮ੍ਰਿਤ, ਭਗਤ ਭਰੇ ਭੰਡਾਰਾ। ਸੋ ਸਮਝਿਆ ਜਾ ਸਕਦਾ ਹੈ ਕਿ ਇਸ ਸ਼ਬਦ ਵਿੱਚੋਂ ਮਨ ਦੀ ਹਉਮੈ ਰੂਪੀ ਕਠੋਰਤਾ ਨੂੰ ਦੂਰ ਕਰਕੇ ਇਸੇ ਸ਼ਾਂਤ ਦੇ ਅਮਰ ਕਥਨ ਅਨੁਸਾਰ ਬਿਨਵੰਤ ਨਾਨਕ ਮਿਲ ਸਾਧ ਸਾਜਨ ਅਮਰ ਪਦਵੀ ਪਾਵ ਹੈ, ਆਤਮਿਕ ਪਦਵੀ ਦੀ ਪ੍ਰਾਪਤੀ ਕਰਨੀ ਹੈ। ਤੋ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਵਾਕ ਜੋ 851 ਪੰਨੇ ਉੱਤੇ ਅੰਕਿਤ ਹੈ, ਉਸ ਨੂੰ ਧਿਆਨ ਵਿੱਚ ਲਿਆ ਕੇ ਸਮਾਪਤੀ ਕਰੀਏ। ਇਹ ਮਨ ਗੁਰ ਕੀ ਸਿੱਖ ਸੁਣ, ਪਾਹੇ ਗੁਣੀ ਨਿਧਾਨ। ਸੁਖ ਦਾਤਾ ਤੇਰੇ ਮਨ ਵਸੈ, ਹਉਮੈ ਜਾਇ ਅਭਿਮਾਨ। ਨਾਨਕ ਨਜ਼ਰੀ ਪਾਈਐ, ਅੰਮ੍ਰਿਤ ਗੁਣੀ ਨਿਧਾਨ। ਫਿਰ ਦੁਹਰਾ ਦਿਆਂ, ਇਹ ਮਨ ਗੁਰ ਕੀ ਸਿੱਖ ਸੁਣ, ਪਾਹੇ ਗੁਣੀ ਨਿਧਾਨ। ਸੁਖ ਦਾਤਾ ਤੇਰੇ ਮਨ ਵਸੈ, ਹਉਮੈ ਜਾਏ ਗੁਮਾਨ। ਨਾਨਕ ਨਜ਼ਰੀ ਪਾਈਐ, ਅੰਮ੍ਰਿਤ ਗੁਣੀ ਨਿਧਾਨ। ਤੋ ਇਹ ਜੋ ਵਿਚਾਰ ਕੀਤੀ ਹੈ, ਇਸ ਨੂੰ ਫਿਰ ਇੱਕ ਵਾਰ ਦੁਹਰਾ ਦਿਆਂ ਕਿ ਸੂਰਜ ਕਿਰਨ ਮਿਲੈ, ਜਲ ਕਾ ਜਲ ਹੁਆ ਰਾਮ ਦਾ ਅਰਥ ਇਹ ਨਹੀਂ ਕਿ ਬੰਦਾ ਚੜ੍ਹਾਈ ਕਰ ਗਿਆ, ਉਹ ਜਿਵੇਂ ਕਿਰਨਾਂ ਸੂਰਜ ਵਿੱਚੋਂ ਆਉਂਦੀਆਂ ਨੇ ਸੂਰਜ ਨਾਲ ਮਿਲ ਜਾਂਦੀਆਂ, ਨਹੀਂ। ਸੂਰਜ ਦਾ ਅਰਥ ਹੈ ਗਿਆਨ, ਤੇ ਜਲ ਕਾ ਜਲ ਹੁਆ ਅਸੀਂ ਬਰਫ਼ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਪਦੇਸ਼ ਰੂਪੀ ਗਿਆਨ ਸਾਡੇ ਬਰਫ਼ ਵਰਗੇ ਮਨ ਉੱਤੇ ਪੈਂਦੀਆਂ ਹਨ, ਤਾਂ ਸਾਡਾ ਮਨ ਬਰਫ਼ ਵਰਗਾ ਪਿਘਲਦਾ ਹੈ। ਹਉਮੈ ਤਿਆਗ ਕੇ ਨਿਮਰਤਾ ਦਾ ਸਫ਼ਰ ਤੈਅ ਕਰਕੇ ਨਿਮਰਤਾ ਦੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਪਿਆਰਿਓ, ਪਿਆਰ ਸਹਿਤ ਗੁਰੂ ਨਾਲ ਫਤਿਹ ਸਾਂਝ ਪਾਓ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।